श्री वाहिगुरु। एक ओंकार सतनाम करता पुरख निरभवो निर्वैर अकाल मूरत अजूनी सैभं गुर प्रसाद। चकर चहन अर भरन जात अर पात नहन जेहे रूप रंग अर रेख एक को कह न सकत के अचल मूरत आन पहो प्रकाश आम तोज कह जय कोट इंद्र इंद्राण साहे सहाण गणजै रे पवन महीप सुर नर असुर नेत नेत बान तृण कहत तब सर्ब नाम कथय कवन कर्म नाम बरनत सुमत। तब सर्ब नाम कथय कवन कर्म नाम बरनत सुमत। प्रभ दातो दातार परयो जाचक एक सरना मिलै दान संतरेन जेहे लग भव जल तरना। बेनत करो अरदास सुनो जे ठाकुर भावै देहो दरस मान चाओ भगत एहो मन ठहरावै। भले ओ चराग अंधयार मह सब कल उधरी एक नाम धर्म प्रगट सगल हर भवन मह जान नानक गुर पार ब्रह्म प्रगट सगल हर भवन मह जान नानक गुर पार ब्रह्म। हम अवगुण परे एक गुण नाही अमृत छाड़ विख विख माया मोह परम पै भूले सुत दारा स्यों एक उत्तम पंथ सुन्यो गुर संगत तेह मिलंत जम एक अरदास पाठ कीरत की गुर रामदास शरनाई। सो कहो टल गुर सेविया
अहनस सहज सो पाए। दर्शन परस्य गुरु का जन्म मरण दुख जाए। होवै सिफत खसंबंधी नूर हर सोह कुर सोह चटिया। तुद डिठे सच्चे शाह मल जन्म जन्म दी कटिया। सज्जन सच्चा पातशाह साहद साहू। जिस पास बैठया सोहिया सबना दा वेसाऊ। सतनाम श्री वाहिगुरु साहिब जी। सोरठ महला पंजवा। गुर पूरा चरनी लाया। हर संग सहाय पाया। जह जाइए तहाँ सोहले। कर कृपा प्रभु मिले। गुर पूरा चरनी लाया। हर संग सहाय पाया। जह जाइए तहाँ सोहले। कर कृपा प्रभु मिले। हर गुण गावो सदा सो पाए। मन चिंदे सगले फल पावो। जे कै संग सहाय रहाओ। नारायण प्राण आधारा। हम संत जन रे नारा। पातत पुनीत कर लिने। कर कृपा हर जस दीने। पार ब्रह्म करे प्रतपाला। साध जी संग रखवाला। हर दिन रैन कीर्तन गाइया। बहुड़ ना जोने पाइया। जिस देव पुरख विदाता। हर रासत नहीं जाता। जम कंकर नेड़ ना आया। सुख नानक सरने पाया। जिस देव पुरख विदाता। हर रस नहीं जाता। जम कंकर
ਨੇੜ ਨਾ ਆਇਆ, ਸੁਖ ਨਾਨਕ ਸਰਣੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਬੜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਅਸਮਾਤ ਜੈਸੇ ਪਤਿਤ ਜੀਵਾਂ ਦੇ ਉਧਾਰ ਕਰਤਾ, ਮਿਹਰਬਾਨ ਜਗਤ ਸਾਈਂ। ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਨੌਵੇਂ ਗੁਰਦੇਵ ਰਿੱਧੀਆਂ ਸਿੱਧੀਆਂ ਬਰਕਤਾਂ ਦੇ ਦਾਤੇ, ਵੈਰਾਗ ਤਿਆਗ ਅਨੁਰਾਗ ਦੀ ਮਹਾਨ ਮੂਰਤ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਦਇਆ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਰੱਬੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਕਾਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਤੋਂ ਪਰੰਤ ਗੁਰਦੇਵ ਦੀ ਪਾਵਨ ਗੁਰਬਾਣੀ ਦੀ ਕਥਾ ਸਰਵਣ ਕਰਨ ਲਈ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪ ਜੀ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰਬਾਣੀ ਦੀ ਪਵਿੱਤਰ ਵਿਚਾਰ ਨਾਲ ਜੁੜੀਏ। ਸਤਿਗੁਰਾਂ ਦੀ ਬਾਣੀ ਦੀ ਵਿਚਾਰ ਇਹ ਨਿਰੰਕਾਰ ਦੀ ਵਿਚਾਰ ਹੈ। ਤੋ ਨਿਰੰਕਾਰ ਦੀ ਵਿਚਾਰ ਦੀ ਲੜੀ ਵਿੱਚ ਆਪਣੀ ਸੁਰਤ ਨੂੰ ਪਰੋਣਾ, ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਗੁਰ ਪੂਰੈ ਚਰਨੀ ਲਾਇਆ। ਰਾਗ ਸੋਰਠ ਹੈ ਔਰ ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਗੁਰ ਪੂਰੈ ਚਰਨੀ ਲਾਇਆ। ਪੰਚਮ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਪੂਰੇ ਗੁਰੂ ਨੇ ਸਾਨੂੰ ਆਪਣੇ ਚਰਨੀ ਲਾ ਲਿਆ, ਆਪਣੇ ਚਰਨਾਂ ਦਾ ਆਸਰਾ ਬਖਸ਼ ਦਿੱਤਾ। ਪੂਰੇ ਗੁਰੂ ਨੇ। ਪੂਰਾ ਗੁਰੂ ਕੌਣ ਹੈ? ਜਿਸ ਨੇ ਪੰਜਾਂ ਤੇ ਜਿੱਤ ਪ੍ਰਾਪਤ ਕਰ ਲਈ। ਜਿਨ ਮਿਲ ਮਾਰੇ ਪੰਜ ਸੂਰਬੀਰ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਸ ਦੇ ਵਸ ਵਿੱਚ ਹਨ ਉਹ ਪੂਰਾ। ਗੁਰੂ ਈਸ਼ਵਰ ਪਰਮੇਸ਼ਵਰ ਰੂਪ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ।
ਜੀਵ ਵਿੱਚ ਤੇ ਈਸ਼ਵਰ ਵਿੱਚ ਜਿਹੜਾ ਭੇਦ ਹੈ ਕਿ ਜੀਵ ਮਾਇਆ ਪ੍ਰਤੰਤਰ ਹੈ ਔਰ ਈਸ਼ਵਰ ਮਾਇਆ ਤੋਂ ਸੁਤੰਤਰ ਹੈ। ਮੋਟੇ ਲਫ਼ਜ਼ਾਂ 'ਚ ਕਹਿ ਲਈਏ ਕਿ ਜੀਵ ਮਾਇਆ ਦੇ ਅਧੀਨ ਹੈ ਔਰ ਈਸ਼ਵਰ ਮਾਇਆ ਉਸ ਦੇ ਅਧੀਨ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਾਇਆ ਦਾ ਹੀ ਅੰਗ ਹਨ। ਮਾਇਆ ਅਨੇਕ ਰੂਪ ਹੋ ਕੇ ਸੰਸਾਰ ਵਿੱਚ ਵਰਤਦੀ ਹੈ। ਮਾਇਆ ਦੇ ਕਈ ਪ੍ਰਕਾਰ ਦੇ ਸਰੂਪ ਨੇ, ਕਦੇ ਕਾਮ ਬਣ ਕੇ, ਕਦੇ ਕ੍ਰੋਧ ਬਣ ਕੇ, ਕਦੇ ਲੋਭ ਬਣ ਕੇ, ਕਦੇ ਮੋਹ ਹੰਕਾਰ ਬਣ ਕੇ, ਕਦੇ ਦੁਵੇਸ਼ ਬਣ ਕੇ, ਕਦੇ ਨਿੰਦਾ ਚੁਗਲੀ ਬਣ ਕੇ। ਇਹ ਜੀਵਾਂ ਨੂੰ ਮੋਹਦੀ ਹੈ, ਜੀਵਾਂ ਤੇ ਆਪਣਾ ਪ੍ਰਭਾਵ ਪਾਉਂਦੀ ਹੈ। ਇਹ ਮਾਇਆ ਈਸ਼ਵਰ ਦੀ ਆਪਣੀ ਮਾਇਆ, ਇਸ ਕਰਕੇ ਉਹ ਇਸ ਮਾਇਆ ਨੂੰ ਆਪਣੇ ਅਧੀਨ ਕਰਕੇ ਰੱਖਦਾ। ਤੋ ਗੁਰੂ ਈਸ਼ਵਰ ਦਾ ਸਰੂਪ ਨੇ, ਪਰਮੇਸ਼ਵਰ ਦਾ ਸਰੂਪ ਨੇ, ਇਸ ਕਰਕੇ ਉਹਨਾਂ ਨੂੰ ਪੂਰਾ ਗੁਰੂ ਕਿਹਾ ਜਾਂਦਾ ਕਿ ਪੰਜ ਵਿਕਾਰ ਉਹਨਾਂ ਨੂੰ ਨਹੀਂ ਪਾਉਂਦੇ। ਪੋਣਾ ਤਾਂ ਇੱਕ ਪਾਸੇ ਰਿਹਾ, ਕਦੇ ਇਹਨਾਂ ਦਾ ਫੁਰਨਾ ਤੱਕ ਵੀ ਇਹਨਾਂ ਦੇ ਹਿਰਦੇ ਵਿੱਚ ਨਹੀਂ ਆਉਂਦਾ। ਐਸੇ ਪੂਰੇ ਗੁਰੂ ਇਸ ਕਲੀ ਕਾਲ ਦੇ ਸਮੇਂ ਵਿੱਚ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਤਰਸ ਕਰਕੇ ਆਪਣੇ ਚਰਨੀ ਲਾ ਲਿਆ, ਜਿਹੜੇ ਗੁਰਬਾਣੀ ਨਾਲ ਜੁੜ ਗਏ ਨੇ, ਗੁਰ ਸ਼ਬਦ ਨਾਲ ਜੁੜ ਗਏ ਨੇ। ਹਾਂਜੀ, ਹਰ ਸੰਗ ਸਹਾਈ ਪਾਇਆ, ਉਹਨਾਂ ਨੇ ਪਾ ਲਿਆ ਉਸ ਵਾਹਿਗੁਰੂ ਪਰਮੇਸ਼ਰ ਨੂੰ ਔਰ ਇਹ ਜਾਣ ਲਿਆ ਕਿ ਉਹ ਹਰੀ ਅਕਾਲ ਪੁਰਖ ਪਰਮੇਸ਼ਰ ਹਮੇਸ਼ਾ ਸਾਡਾ ਸੰਗੀ ਹੈ ਔਰ ਸਾਡੀ ਸਹਾਇਤਾ ਕਰਨ ਵਾਲਾ, ਸਾਡਾ ਮਦਦਗਾਰ ਹੈ। ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੇ ਚਰਨੀ ਲਾ ਲਿਆ, ਉਹਨਾਂ ਦੀ ਇਹ ਅਵਸਥਾ ਬਣ ਗਈ ਕਿ ਉਹਨਾਂ ਨੇ ਜਾਣ ਲਿਆ ਕਿ ਹਰੀ ਪਰਮੇਸ਼ਰ ਸਾਡੇ ਨਾਲ ਹੈ ਔਰ ਸਾਡੀ ਮਦਦ ਕਰਨ ਵਾਲਾ, ਸਾਡਾ ਸਹਾਇਕ ਹੈ, ਸਾਡੀ ਮਦਦ ਕਰ ਰਿਹਾ। ਹਰ ਵੇਲੇ, ਹਰ ਜਗ੍ਹਾ ਤੇ, ਹਰ ਥਾਂ ਤੇ ਸਾਡੀ ਸਹਾਇਤਾ ਕਰਦਾ, ਹਰ ਜਗ੍ਹਾ ਤੇ। ਰਾਖਾ ਏਕ ਹਮਾਰਾ ਸੁਆਮੀ, 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 ਰਾਖਾ ਏਕ ਹਮਾਰਾ ਸੁਆਮੀ। ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਸਾਡਾ ਰਾਖਾ ਹੈ। ਇਹ ਉਹਨਾਂ ਨੇ ਜਾਣਿਆ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਚਰਨੀ ਲਾ ਲਿਆ। ਉਹਨਾਂ ਨੇ ਜਾਣ ਲਿਆ ਕਿ ਹਰੀ ਅਕਾਲ ਪੁਰਖ ਪਰਮੇਸ਼ਰ ਸਾਡਾ ਸੰਗੀ ਹੈ ਔਰ ਸਾਡੀ ਸਹਾਇਤਾ ਕਰਨ ਵਾਲਾ ਹੈ। ਜਹ ਜਾਈਐ ਤਹਾਂ ਸੋਹਿਲੇ, ਹੁਣ ਅਸੀਂ ਜਿੱਥੇ ਜਾਂਦੇ ਹਾਂ ਉੱਥੇ ਹੀ ਸੁਖੀ, ਉੱਥੇ ਹੀ ਸੁਖੀ। ਪਹਿਲਾਂ ਸੁੱਖ ਲੱਭਦੇ ਫਿਰਦੇ ਸੀ, ਹੁਣ ਜਿੱਥੇ ਰਹੀਏ, ਜਿੱਥੇ ਜਾਈਏ ਉੱਥੇ ਹੀ ਸੁੱਖ ਹੈ। ਕਿਉਂਕਿ ਸੁਖ ਦਾਤੇ ਦਾ ਅਨੁਭਵ ਹੋ ਗਿਆ ਕਿ ਸੁਖ ਦਾਤਾ ਨਾਲ ਹੈ। ਹੁਣ ਜਿੱਥੇ ਜਾਈਏ ਉੱਥੇ ਹੀ ਸੁਹੇਲੇ ਹਾਂ, ਉੱਥੇ ਹੀ ਸੁਖੀ ਹਾਂ। ਕਰ ਕਿਰਪਾ
ਪ੍ਰਭ ਮੇਲੇ। ਵਾਹਿਗੁਰੂ ਨੇ, ਪ੍ਰਭੂ ਨੇ, ਪਰਮੇਸ਼ਵਰ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਿਆ। ਕਰ ਕਿਰਪਾ ਪ੍ਰਭ ਮੇਲੇ। ਪ੍ਰਭੂ ਨੇ, ਅਕਾਲ ਪੁਰਖ ਨੇ ਸਾਨੂੰ ਸਾਡੇ ਤੇ ਤਰਸ ਕਰਕੇ ਆਪਣੇ ਨਾਲ ਮੇਲ ਲਿਆ। ਜਿੱਥੇ ਜਾਂਦੇ ਹਾਂ ਉੱਥੇ ਹੀ ਸੁਹੇਲੇ ਹਾਂ, ਸੁਖੀ ਹਾਂ। ਜਿੱਥੇ ਜਾਂਦੇ ਹਾਂ, ਜਦੋਂ ਜਹ ਸ਼ਬਦ ਆਉਂਦਾ ਇਹਦਾ ਮਤਲਬ ਕਿਤੇ ਜਾਈਏ। ਜਿਹੜਾ ਆਤਮਿਕ ਸੁੱਖ ਹੈ ਉਹ ਅੰਦਰ ਸदैव ਹੀ ਬਣਿਆ ਰਹਿੰਦਾ। ਤਪਦੀ ਤਵੀ ਤੇ ਬੈਠਿਆਂ ਵੀ ਹੈ, ਉਬਲਦੀ ਦੇਗ ਵਿੱਚ ਵੀ ਹੈ, ਖੋਪਰ ਲਵਾਉਂਦਿਆਂ ਵੀ ਹੈ, ਤਿਆਰਿਆਂ ਨਾਲ ਚੀਰੇ ਜਾਂਦਿਆਂ ਵੀ ਹੈ, ਬੰਦ ਕੱਟੇ ਜਾਣ ਤੇ ਵੀ ਹੈ, ਚਰਖੜੀਆਂ ਤੇ ਚੜ੍ਹਦਿਆਂ ਹੋਇਆਂ ਵੀ ਹੈ, ਤੇ ਜਿਉਂਦਿਆਂ ਨੂੰ ਜੰਡਾਂ ਨਾਲ ਬੰਨ੍ਹ ਕੇ ਸਾੜਦਿਆਂ ਹੋਇਆਂ ਵੀ ਹੈ। ਇਹ ਸੁੱਖ ਸदैवी ਹੈ। ਪ੍ਰਭੂ ਨੇ ਸਾਡੇ ਤੇ ਕਿਰਪਾ ਕਰਕੇ, ਦਇਆ ਕਰਕੇ ਸਾਨੂੰ ਆਪਣੇ ਨਾਲ ਮੇਲ ਲਿਆ ਹੈ। ਹਰ ਗੁਣ ਗਾਵੋ ਸਦਾ ਸੋ ਭਾਈ। ਇਹ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣ ਗਾਈਏ ਔਰ ਸਦਾ ਪ੍ਰੇਮ ਨਾਲ ਗਾਈਏ। ਸੋ ਭਾਈ ਪ੍ਰੇਮ ਸਹਿਤ ਗਾਈਏ, ਸ੍ਰੇਸ਼ਟ ਪ੍ਰੇਮ ਨਾਲ। ਪ੍ਰੇਮ ਵਿਹੂਣੇ ਗਾਏ ਹੋਏ ਗੁਣਾਂ ਦਾ ਕੀ ਲਾਭ ਹੋਵੇਗਾ ਜੇ ਮੇਰੇ ਹਿਰਦੇ 'ਚ ਪ੍ਰੇਮ ਨਹੀਂ ਤਾਂ ਇਹ ਕੀਤੀ ਹੋਈ ਕਥਾ ਕਿਸ ਮਾਇਨੇ ਦੀ, ਕੀਰਤਨ ਕਿਸ ਮਾਇਨੇ ਦਾ, ਪੜ੍ਹੀ ਹੋਈ ਬਾਣੀ ਕਿਸ ਮਾਇਨੇ ਦੀ। ਪ੍ਰੇਮ ਹੀ ਸਫਲਤਾ ਦੀ ਮੋਹਰ ਲਾਉਂਦੀ ਹੈ। ਜਦੋਂ ਪ੍ਰੇਮ ਹੋਵੇ ਤਾਂ ਫਿਰ ਇਹ ਸਭ ਕੁਝ ਸਫਲ ਹੈ। ਇਸ ਕਰਕੇ ਹਰੀ ਦੇ ਗੁਣ ਗਾਓ ਭਾਈ, ਪਰ ਸਦਾ ਪ੍ਰੇਮ ਸਹਿਤ ਗਾਇਨ ਕਰੋ। ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ। ਤੁਹਾਨੂੰ ਉਸ ਵਾਹਿਗੁਰੂ ਪਾਸੋਂ ਮਨ ਚਿੰਦੇ ਸਾਰੇ ਫਲਾਂ ਦੀ ਪ੍ਰਾਪਤੀ ਹੋਵੇਗੀ। ਮਨ ਚਿੰਦੇ ਸਗਲੇ ਫਲ ਪਾਵੋ, ਮਨ ਚਿੰਦੇ ਸਾਰੇ ਫਲ ਪਾਓਗੇ। ਜੀ ਕੈ ਸੰਗ ਸਹਾਈ। ਪਾਤਸ਼ਾਹ ਕਹਿੰਦੇ ਇਸ ਜੀਵ ਦੇ ਪਰਮੇਸ਼ਰ ਨਾਲ ਹੈ, ਸੰਗ ਹੈ ਔਰ ਸਦਾ ਸਹਾਈ ਮਦਦਗਾਰ ਹੈ। ਹਾਂਜੀ। ਰਹਾਉ ਨਾਰਾਇਣ ਪ੍ਰਾਨ ਆਧਾਰਾ। ਉਹ ਨਾਰਾਇਣ ਸੰਸਾਰ ਦੇ ਸਮਸਤ ਜੀਵਾਂ ਦੇ ਪ੍ਰਾਣਾਂ ਦਾ ਆਧਾਰ ਹੈ, ਆਸਰਾ ਹੈ। ਸਾਡੇ ਪ੍ਰਾਣਾਂ ਦਾ ਆਸਰਾ ਤਾਂ ਪਰਮੇਸ਼ਰ ਹੈ ਨਾ। ਇਹ ਪ੍ਰਾਣ ਪ੍ਰਭੂ ਆਸ਼ਰਿਤ ਹੋ ਕੇ ਚੱਲਦੇ ਨੇ। ਆਪਣੇ ਆਪ ਪ੍ਰਾਣ ਦੀ ਵਾਯੂ ਨਹੀਂ ਚੱਲ ਰਹੀ। ਸਾਡੇ ਸਰੀਰ ਵਿੱਚ 5 ਪ੍ਰਕਾਰ ਦੇ ਪ੍ਰਾਣ ਹਨ। ਇੱਕ ਪ੍ਰਾਣ, ਇੱਕੋ ਹੀ ਪ੍ਰਾਣ ਅੱਗੇ 5 ਤਰ੍ਹਾਂ ਦੇ ਹੋ ਜਾਂਦੇ ਨੇ। ਜੈਸੇ ਇੱਕੋ ਦਰਖਤ ਦੀਆਂ ਟਹਿਣੀਆਂ, ਪੱਤੇ, ਫੁੱਲ, ਇਸੇ ਤਰ੍ਹਾਂ ਇੱਕੋ ਹੀ ਪ੍ਰਾਣ 5 ਰੂਪਾਂ ਵਿੱਚ ਜਦੋਂ ਕੰਮ ਵੱਖੋ ਵੱਖਰਾ ਕਰਦੇ ਨੇ ਤਾਂ 5 ਕਹੇ ਜਾਂਦੇ ਨੇ। ਇੱਕ ਪ੍ਰਾਣ ਵਾਯੂ ਜਿਹੜੀ ਸਾਡੀ ਅੱਖਾਂ ਵਿੱਚ ਕੰਮ ਕਰਦੀ ਹੈ, ਜਿਹੜੀਆਂ ਅੱਖਾਂ ਫਰਕਦੀਆਂ ਨੇ, ਇੱਥੇ ਵੀ ਇੱਕ ਪ੍ਰਾਣ ਵਾਯੂ ਕੰਮ ਕਰਦੀ ਹੈ। ਇੱਕ ਪ੍ਰਾਣ ਵਾਯੂ ਸਾਡੀ ਨਾਸਿਕਾ ਰਾਹੀਂ ਆ ਰਹੀ ਹੈ। ਇੱਕ ਪ੍ਰਾਣ ਵਾਯੂ ਜਿਹੜੀ ਸਾਡੇ ਸਾਰੇ ਸਰੀਰ ਵਿੱਚ ਚੱਲਦੀ ਹੈ ਤੇ ਖੂਨ ਦੇ ਸਰਕਲ ਨੂੰ ਚਲਾਉਂਦੀ ਹੈ। ਇੱਕ ਪ੍ਰਾਣ ਵਾਯੂ ਸਾਡੀ ਨਾਭੀ ਵਿੱਚ ਵੀ ਹੈ, ਗੁਦਾ ਵਿੱਚ ਵੀ ਹੈ। ਏਦਾਂ ਇਹ 5 ਪ੍ਰਕਾਰ ਦੇ ਜਿਹੜੇ ਪ੍ਰਾਣ ਨੇ, ਪਾਨ, ਸਮਾਨ, ਬਿਆਨ, ਉਦਿਆਨ, ਇਹ 5 ਪ੍ਰਕਾਰ ਦੇ ਪ੍ਰਾਣਾਂ ਦਾ ਆਸਰਾ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਉਹਦੇ ਆਸਰੇ ਤੋਂ ਬਿਨਾਂ ਇਹ ਪ੍ਰਾਣ ਨਹੀਂ ਚੱਲ ਸਕਦੇ। ਯੋਗ ਸ਼ਾਸਤਰ ਦੇ ਮੁਤਾਬਕ 5 ਉਪ ਪ੍ਰਾਣ ਵੀ ਨੇ, 53 ਕਰੁਕਲ
ਵੀ ਜਦੋਂ ਉਬਾਸੀ ਲੈਂਦੇ ਆ ਉਹਦੇ ਵਿੱਚ ਵੀ ਜਿਹੜੀ ਇੱਕ ਹਵਾ ਕੰਮ ਕਰਦੀ ਆ ਉਹ ਵੱਖਰੀ ਹੈ। ਹਿਚਕੀ ਆਉਂਦੀ ਹੈ, ਡਕਾਰ ਆਉਂਦਾ, ਉਹਦੇ ਵਿੱਚ ਇੱਕ ਵੱਖਰੀ ਪ੍ਰਾਣ ਵਾਯੂ ਕੰਮ ਕਰਦੀ ਹੈ। ਤੋ ਇਸ ਪ੍ਰਕਾਰ ਨਾਲ ਉਹ ਪੰਜ ਹੋਰ ਵੀ ਮੰਨਦੇ, ਕੁਰੂਕੁਲ ਧਨੰਜੈ, ਦੇਵਦੱਤ, ਏਦਾਂ ਪੰਜ ਪ੍ਰਾਣ ਉਹ ਵੀ ਮੰਨਦੇ ਆ। ਪਰ ਮੋਟੀ ਜੀ ਗੱਲ ਇਹ ਹੈ ਵੀ ਇਹਨਾਂ ਪ੍ਰਾਣਾਂ ਦਾ ਆਧਾਰ ਪਰਮੇਸ਼ਰ ਹੈ, ਉਹਦੀ ਚੇਤਨਤਾ ਕਰਕੇ ਪ੍ਰਾਣ ਚੱਲਦੇ ਹਨ। ਇਸ ਕਰਕੇ ਕਹਿੰਦੇ ਨਾਰਾਇਣ ਪ੍ਰਾਣ ਆਧਾਰ। ਉਹ ਨਾਰਾਇਣ ਸਾਡੇ ਪ੍ਰਾਣਾਂ ਦਾ ਆਧਾਰ ਹੈ, ਆਸਰਾ ਹੈ। ਹਮ ਸੰਤ ਜਨਾ ਰੇ ਨਾਰਾ। ਅਸੀਂ ਸੰਤ ਜਨਾਂ ਦੇ ਚਰਨਾਂ ਦੀ ਰੇਣ ਹਾਂ, ਧੂੜੀ ਹਾਂ। ਹਮ ਸੰਤ ਜਨਾਂ ਰੇ ਨਾਰਾ, ਅਸੀਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਂ। ਪਤਿਤ ਪੁਨੀਤ ਕਰ ਲੀਨੇ। ਵਾਹਿਗੁਰੂ ਨੇ ਪਤਤਾਂ ਨੂੰ ਪੁਨੀਤ ਕਰ ਲਿਆ। ਪਤਤ ਪੁਨੀਤ ਕਰ ਲੀਨੇ, ਅਸੀਂ ਪਤਤ ਜੀਵ ਹਾਂ, ਸਾਨੂੰ ਪਤਤਾਂ ਨੂੰ ਵਾਹਿਗੁਰੂ ਨੇ ਪੁਨੀਤ ਕਰ ਦਿੱਤਾ ਹੈ, ਪਾਵਨ ਕਰ ਦਿੱਤਾ ਹੈ। ਹਾਂਜੀ। ਕਰ ਕਿਰਪਾ ਹਰ ਜਸ ਦੀਨੇ। ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਆਪਣਾ ਜਸ ਦੇ ਦਿੱਤਾ ਹੈ। ਕਿਰਪਾ ਕਰਕੇ ਆਪਣਾ ਜਸ ਬਖਸ਼ਿਆ, ਹਰੀ ਜਸ ਪ੍ਰਦਾਨ ਕੀਤਾ ਹੈ। ਪਾਰ ਬ੍ਰਹਮ ਕਰੇ ਪ੍ਰਤਪਾਲਾ। ਪਾਰ ਬ੍ਰਹਮ ਵਾਹਿਗੁਰੂ ਪਰਮੇਸ਼ਵਰ ਸੰਸਾਰ ਦੇ ਸਮਸਤ ਜੀਵਾਂ ਦੀ ਪਾਲਣਾ ਕਰਦਾ ਹੈ, ਪਾਲਣਹਾਰ ਹੈ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਭਾਰ ਗਨੀਮ ਨਗਾਰ ਹੈ। ਪ੍ਰਤੀ ਏਕ ਜੀਵ ਦੀ ਪਾਲਣਾ ਕਰਦਾ, ਹਰ ਇੱਕ ਜੀਵ ਨੂੰ ਪਾਲਦਾ ਹੈ। ਸਾਧ ਜੀ ਸੰਗ ਰਖਵਾਲਾ। ਔਰ ਉਹ ਸਦਾ ਸੰਸਾਰ ਦੇ ਜੀਆਂ ਦੇ ਨਾਲ ਹੈ ਔਰ ਉਹਨਾਂ ਦੀ ਰੱਖਿਆ ਕਰਦਾ। ਨਾਲ ਹੋਣ ਦਾ ਮਤਲਬ ਹੁੰਦਾ ਰੱਖਿਆ ਕਰਦਾ। ਏਦਾਂ ਤਾਂ ਬਹੁਤ ਲੋਕ ਨੇ ਜਿਹੜੇ ਤੁਹਾਡੇ ਨਾਲ ਖੜੇ ਹੁੰਦੇ ਨੇ, ਪਰ ਤੁਹਾਡਾ ਕੋਈ ਉਹਨਾਂ ਦੇ ਨਾਲ ਖੜੇ ਹੋਣ ਦਾ ਤੁਹਾਨੂੰ ਤਾਂ ਕੋਈ ਲਾਭ ਨਹੀਂ ਹੈ। ਜਿਹੜਾ ਰੱਖਿਆ ਕਰੇ ਉਹ ਨਾਲ ਹੈ, ਉਹ ਸੰਗੀ ਹੈ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਹਰ ਦਿਨ ਰੈਣ ਕੀਰਤਨ ਗਾਈਐ। ਦਿਨ ਰਾਤ ਅੱਠੇ ਪੈਰ ਨਿਰੰਤਰ ਉਸ ਵਾਹਿਗੁਰੂ ਦਾ ਕੀਰਤਨ ਗਾਈਏ। ਦਿਨ ਰਾਤ, ਹਰ ਵੇਲੇ, ਹਰ ਸਮੇਂ ਨਿਰੰਕਾਰ ਪਰਮੇਸ਼ਰ ਦਾ ਕੀਰਤਨ ਗਾਇਨ ਕਰੀਏ। ਭਾਈ ਹੀਰਾ ਸਿੰਘ ਜੀ ਵਰਗੇ, ਭਾਈ ਸ਼ਾਮ ਸਿੰਘ ਜੀ ਵਰਗੇ ਗੁਰੂ ਘਰ ਦੇ ਮਹਾਨ ਕੀਰਤਨੀਏ, ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ 50-50, 60-60 ਸਾਲ ਇੱਕ ਵੀ ਦਿਨ ਨਾਗਾ ਨਹੀਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਕੀਰਤਨ ਦੀ ਹਾਜ਼ਰੀ ਦਾ, ਇੱਕ ਦਿਨ ਦਾ ਵੀ ਨਾਗਾ ਨਹੀਂ। ਇਹੋ ਜਿਹੇ ਬਾਬਾ ਸ਼ਾਮ ਸਿੰਘ ਜੀ ਅੱਜ ਵੀ ਦਰਬਾਰ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਉਹਨਾਂ ਦੇ ਬੂੰਗੇ ਤੋਂ, ਪਹਿਲੀ ਦੇਗ ਉਹਨਾਂ ਦੇ ਬੂੰਗੇ ਤੋਂ ਆਉਂਦੀ ਹੈ, ਬਾਬਾ ਸ਼ਾਮ ਸਿੰਘ ਜੀ। ਹੋਰ ਕਿਸੇ ਵੀ ਕੋਈ ਵੀ ਬਾਹਰੋਂ ਕੜਾਹ ਪ੍ਰਸ਼ਾਦ ਦੀ ਦੇਗ ਲਿਆਵੇ ਪ੍ਰਵਾਨ ਨਹੀਂ ਹੁੰਦੀ, ਪਰ ਬਾਬਾ ਸ਼ਾਮ ਸਿੰਘ ਜੀ ਦੇ ਬੂੰਗੇ ਤੋਂ ਦੇਗ ਆਉਂਦੀ ਹੈ ਤੇ ਉਹ ਦਰਬਾਰ ਸਾਹਿਬ ਪ੍ਰਵਾਨ ਹੁੰਦੀ ਹੈ। ਇਹੋ ਜਿਹੇ ਗੁਰੂ ਘਰ ਦੇ ਮਹਾਨ ਕੀਰਤਨੀ ਜਿਨ੍ਹਾਂ ਨਿਰੰਕਾਰ ਪਰਮੇਸ਼ਰ ਦੀ ਕੀਰਤੀ ਨੂੰ ਅੱਠੇ ਪੈਰ ਹੀ ਆਪਣੇ ਹਿਰਦੇ 'ਚ ਵਸਾਇਆ। ਦਿਨ ਰਾਤ ਹੀ ਕੀਰਤਨ ਗਾਈਏ। ਬਾਬਾ ਆਤਮਾ ਸਿੰਘ ਜੀ ਜੈਸੇ ਮਹਾਂਪੁਰਸ਼ ਪੰਜੋਖਰਾ ਸਾਹਿਬ ਦੇ ਰਹਿਣ ਵਾਲੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜੈਸੀਆਂ ਗੁਰਮੁਖ ਰੂਹਾਂ ਜਿਨ੍ਹਾਂ ਕੀਰਤਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ। 36-36 ਘੰਟੇ, 40-40 ਘੰਟੇ, 48-48 ਘੰਟੇ ਲਗਾਤਾਰ ਇੱਕ ਰਸ ਕੀਰਤਨ ਕਰਨ ਵਾਲੀਆਂ ਰੂਹਾਂ ਸਨ। ਨਾਲ ਜੋੜੀਆਂ ਵਾਲੇ ਬਦਲਦੇ ਰਹਿੰਦੇ ਤੇ ਉਹ ਹਾਰਮੋਨੀਅਮ ਤੇ ਬੈਠੇ 48-48 ਘੰਟੇ, 36-36 ਘੰਟੇ।
ਪ੍ਰਭੂ ਅਸੀਂ ਰਾਤ ਦਿਨ ਤੁਹਾਡਾ ਕੀਰਤਨ ਗਾਈਏ, ਹਰ ਦਿਨ ਰੈਨ ਕੀਰਤਨ ਗਾਈਏ। ਇਹ ਸੰਸਾਰ ਵਿੱਚ ਨਿਰੰਕਾਰ ਦੇ ਕੀਰਤਨ ਦੇ ਤੁਲ ਕੋਈ ਦਾਤ ਨਹੀਂ ਹੈ। ਕੀਰਤਨ ਨਿਰਮੋਲਕ ਹੀਰਾ ਹੈ। ਗੁਰਬਾਣੀ ਦਾ ਕੀਰਤਨ, ਗੁਰ ਸ਼ਬਦ ਦਾ ਕੀਰਤਨ, ਇਹ ਨਿਰਮੋਲਕ ਹੀਰਾ ਹੈ। ਹਾਂਜੀ। ਬਹੁੜ ਨਾ ਜੋਨੇ ਪਾਈਐ। ਬਹੁੜ ਮੁੜ ਕੇ ਉਹ ਜੀਵ ਜੂਨੀਆਂ 'ਚ ਨਹੀਂ ਪਾਇਆ ਜਾਂਦਾ ਜਿਹੜਾ ਕੀਰਤਨ ਕਰਦਾ। ਕੀਰਤਨ ਇੱਕ ਤਾਂ ਕੀਰਤਨੀਏ ਕਰਦੇ ਨੇ, ਤੁਸੀਂ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਸਵੇਰੇ ਉੱਠ ਕੇ, ਜਾਪ ਸਾਹਿਬ ਪੜ੍ਹਦੇ ਹੋ, ਇਹ ਵੀ ਕੀਰਤਨ ਹੈ। ਗੁਰਬਾਣੀ ਤਾਂ ਸਾਰੀ ਕੀਰਤਨ ਰੂਪ ਹੀ ਹੈ ਨਾ। ਪਰਮੇਸ਼ਰ ਦੀ ਉਪਮਾ ਵਿੱਚ ਜੋ ਕਿਹਾ ਗਿਆ, ਕੀਰਤੀ ਵਿੱਚ ਕਿਹਾ ਗਿਆ, ਕੀਰਤਨ ਹੈ। ਜਿਹੜਾ ਕੀਰਤਨ ਕਰਦਾ ਹੈ, ਗੁਰਬਾਣੀ ਨੂੰ ਪੜ੍ਹ ਕੇ ਜਾਂ ਗੁਰਬਾਣੀ ਨੂੰ ਗਾਇਨ ਕਰਕੇ, ਗੁਰਬਾਣੀ ਨੂੰ ਵਿਖਿਆਨ ਕਰਕੇ, ਪਾਤਸ਼ਾਹ ਕਹਿੰਦੇ ਉਹ ਮੁੜ ਕੇ ਜੂਨੀਆਂ 'ਚ ਨਹੀਂ ਆਉਂਦਾ। ਇਹ ਗੁਰਬਾਣੀ ਉਹਨੂੰ ਉੱਥੇ ਹੀ ਲੈ ਜਾਂਦੀ ਹੈ ਜਿੱਥੋਂ ਆਈ ਹੈ। ਹੁਮਾ ਪੰਛੀ ਦੇ ਖੰਭ ਭਾਈ ਸਾਹਿਬ, ਭਾਈ ਨੰਦ ਲਾਲ ਜੀ ਬੈਠੇ, ਗੁਰਸਿੱਖ ਬੈਠੇ ਨੇ, ਕਲਗੀਧਰ ਦੇ ਦਰਬਾਰ 'ਚ ਨਾਰਦ ਨੇ ਆ ਕੇ ਭੇਟ ਕੀਤੇ। ਮੱਥਾ ਟੇਕ ਕੇ ਚਲਾ ਗਿਆ। ਗੁਰਦੇਵ ਨੇ ਆਖਿਆ ਇਹ ਖੰਭ ਕਾਨੀ ਨੂੰ ਲਾਓ, ਤੀਰਾਂ ਨੂੰ। ਜਦੋਂ ਤੀਰਾਂ ਦੀਆਂ ਕਾਨੀਆਂ ਨੂੰ ਖੰਭ ਲਾਏ, ਗੁਰਦੇਵ ਕਹਿੰਦੇ ਅਸੀਂ ਆਕਾਸ਼ ਨੂੰ ਚਲਾਵਾਂਗੇ, ਤੁਸੀਂ ਲੱਭ ਕੇ ਲਿਆਇਓ। ਤੀਰ ਛੱਡੇ ਤੇ ਉਹ ਤੀਰ ਥੱਲੇ ਹੀ ਨਹੀਂ ਆਏ। ਸਿੰਘ ਲੱਭਦੇ ਆ ਗਏ, ਮਹਾਰਾਜ ਤੀਰ ਪਤਾ ਨਹੀਂ ਕਿੱਧਰ ਗਏ। ਪਾਤਸ਼ਾਹ ਕਹਿੰਦੇ ਉਹ ਤਾਂ ਉੱਥੇ ਗਏ ਜਿੱਥੋਂ ਖੰਭ ਆਏ ਸੀ। ਹੁਮਾਯੂੰ ਪੰਛੀ ਇੱਕ ਐਸਾ ਪੰਛੀ ਆਕਾਸ਼ 'ਚ ਹੀ ਰਹਿੰਦਾ, ਉਹ ਧਰਤੀ ਤੇ ਨਹੀਂ ਆਉਂਦਾ। ਉਹ ਬੱਚੇ ਵੀ, ਆਂਡੇ ਵੀ ਆਕਾਸ਼ ਵਿੱਚ ਹੀ ਦਿੰਦਾ, ਜਿੱਥੇ ਗੁਰਤਾ ਸ਼ਕਤੀ ਧਰਤੀ ਦੀ ਖਤਮ ਹੋ ਜਾਂਦੀ ਹੈ। ਜਿੱਥੋਂ ਧਰਤੀ ਦੀ ਗ੍ਰੈਵਿਟੀ ਖਤਮ ਹੋ ਜਾਂਦੀ, ਉੱਥੇ ਉੱਡਦਾ, ਉੱਥੇ ਰਹਿੰਦਾ। ਉਹ ਖੰਭ ਉਹਨਾਂ ਤੀਰਾਂ ਨੂੰ ਉੱਥੇ ਹੀ ਲੈ ਗਏ ਨੇ। ਗੁਰਸਿੱਖੋ, ਇਹ ਗੁਰਬਾਣੀ ਸੱਚਖੰਡ ਤੋਂ ਆਈ ਹੈ, ਧੁਰ ਦਰਗਾਹ ਚੋਂ ਆਈ ਹੈ। ਜਿਹੜੇ ਇਸ ਗੁਰਬਾਣੀ ਨਾਲ ਜੁੜਨਗੇ, ਗੁਰਬਾਣੀ ਉੱਥੇ ਹੀ ਲੈ ਜਾਏਗੀ ਜਿੱਥੋਂ ਆਈ ਹੈ। ਉਹ ਜਨਮ ਮਰਨ 'ਚ ਨਹੀਂ ਆਉਣਗੇ। ਉਹਨਾਂ ਨੂੰ ਆਵਾਗਾਉਣ ਦੇ ਚੱਕਰਾਂ 'ਚ ਨਹੀਂ ਆਉਣਾ ਪਵੇਗਾ। ਮਹਾਰਾਜ ਜੀ ਕਹਿੰਦੇ ਤੁਹਾਨੂੰ ਦ੍ਰਿਸ਼ਟਾਂਤ ਵਿਖਾਇਆ ਸੀ, ਪ੍ਰਮਾਣ ਵਿਖਾਇਆ। ਤੋ ਜਿਹੜੇ ਗੁਰਬਾਣੀ ਨਾਲ ਜੁੜੇ ਨੇ, ਬਹੁੜ ਨਾ ਜੋਨੀ ਪਾਈ ਹੈ, ਉਹ ਮੁੜ ਕੇ ਜੂਨੀਆਂ 'ਚ ਨਹੀਂ ਪਾਏ ਜਾਂਦੇ। ਜਿਹੜੇ ਰੋਜ਼ ਜਪਜੀ ਸਾਹਿਬ ਪੜ੍ਹਦੇ ਨੇ, ਜਿਹੜੇ ਰੋਜ਼ ਜਾਪ ਸਾਹਿਬ ਪੜ੍ਹਦੇ ਨੇ, ਜਿਹੜੇ ਰੋਜ਼ ਸਵਈਏ ਗਾਇਨ ਕਰਦੇ ਨੇ, ਰੋਜ਼ ਪੜ੍ਹਦੇ ਨੇ ਹਮਰੀ ਕਰੋ ਹਾਥ ਦਾ ਰੱਛਾ, ਰੋਜ਼ ਕਹਿੰਦੇ ਆਨੰਦ ਭਇਆ ਮੇਰੀ ਮਾਏ, ਉਹਨਾਂ ਨੂੰ ਕਦੇ ਜੂਨੀਆਂ 'ਚ ਨਹੀਂ ਆਉਣਾ ਪੈਂਦਾ। ਉਹ ਕਦੇ ਜੂਨੀਆਂ 'ਚ ਨਹੀਂ ਆਉਣਗੇ। ਹਾਂਜੀ। ਜਿਸ ਦੇਵੈ ਪੁਰਖ ਵਿਦਾਤਾ। ਜਿਸ ਨੂੰ ਉਹ ਪੁਰਖ ਵਿਦਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅਮੋਲਕ ਦਾਤ ਦੇਵੇ। ਹਰ ਰਸ ਤਿਨਹਿ ਜਾਤਾ। ਹਰੀ ਦੇ ਰਸ ਨੂੰ ਤਿਨਾ ਨਹੀਂ ਜਾਣੇ। ਜਿਸ ਨੂੰ ਦੇਵੇ, ਕਿਸ ਨੂੰ ਦੇਵੇ? ਦਇਆ ਕਰ। ਜਿਸ ਨੂੰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾਤ ਦੇਵੇ, ਉਸੇ ਨੂੰ ਹਰੀ ਦੇ ਨਾਮ ਰਸ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਜਮ ਕੰਕਰ ਨੇੜ ਨ ਆਇਆ। ਜਿਨ੍ਹਾਂ ਨੇ ਹਰੀ ਰਸ ਨੂੰ ਜਾਣ ਲਿਆ, ਮਾਣ ਲਿਆ, ਪਾਤਸ਼ਾਹ ਕਹਿੰਦੇ ਜਮ ਕੰਕਰ ਉਹਨਾਂ ਦੇ ਨੇੜੇ ਨਹੀਂ ਆਉਂਦੇ। ਜਮ ਕੰਕਰ ਨੇੜ ਨਾ ਆਇਆ। ਜਮ ਕੰਕਰ ਧਰਮਰਾਜੇ ਦੇ ਦੂਤ। ਕੰਕਰ ਨਾਮ ਹੁੰਦਾ ਸੇਵਕ ਦਾ, ਜਮ ਨਾਮ ਧਰਮਰਾਜੇ ਦਾ। ਧਰਮਰਾਜੇ ਦੇ ਸੇਵਕ ਯਾਨੀ ਕਿ ਜਮਦੂਤ, ਉਹਨਾਂ ਦੇ ਨੇੜੇ ਨਹੀਂ ਆਉਂਦੇ। ਸੁਖ ਨਾਨਕ ਸਰਨੇ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਅਸੀਂ ਹਰੀ ਦੀ ਸ਼ਰਨ 'ਚ ਪੈ ਕੇ ਸੁਖ ਪਾ ਲਿਆ। ਹਰੀ ਦੀ ਸ਼ਰਨ 'ਚ ਪੈ ਕੇ ਸਾਨੂੰ ਸਾਰੇ ਸੁਖ ਪ੍ਰਾਪਤ ਹੋ ਗਏ ਨੇ। ਜਮ ਕੰਕਰ ਨੇੜ ਨਾ ਆਇਆ।
ਜਮ ਕੰਕਰ ਨੇੜ ਨਾ ਆਇਆ। ਜਮ ਕੰਕਰ ਨੇੜ ਨਾ ਆਇਆ। ਜਮ ਕੰਕਰ ਨੇੜ ਨਾ ਆਇਆ। ਸੁਖ ਨਾਨਕ ਸ਼ਰਣੀ ਪਾਇਆ। ਸੁਖ ਨਾਨਕ ਸ਼ਰਣੀ ਪਾਇਆ। ਸੁਖ ਨਾਨਕ ਸ਼ਰਣੀ ਪਾਇਆ। ਸੁਖ ਨਾਨਕ ਸ਼ਰਣੀ ਪਾਇਆ। ਹਰੀ ਦੀ ਸ਼ਰਨ ਚ ਪੈ ਕੇ ਅਸੀਂ ਸੁਖ ਪ੍ਰਾਪਤ ਕਰ ਲਿਆ।